ਜੀ ਜਨਮ ਮਰਨ ਦੋ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ। ਜੀ ਦਾਨ ਸਿਉ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨਾਂ ਨੂੰ ਫਤਿਹ ਪ੍ਰਵਾਨੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਉਸ ਦੇ ਸੰਬੰਧ ਵਿੱਚ ਹੀ ਵਿਚਾਰ ਕਰਾਂਗੇ। ਆਨੰਦ ਸਾਹਿਬ ਬਾਣੀ ਦੀ ਜੋ ਵਿਚਾਰ ਹੈ ਅਗਲੇ ਦੀਵਾਨਾਂ ਤੋਂ ਆਪਾਂ ਆਰੰਭ ਕਰਾਂਗੇ। ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਸਿੱਖੀ ਕਮਾਉਣ ਦੀ ਜਿਹੜੀ ਜਾਚ ਹੈ ਉਹ ਸਾਨੂੰ ਕਿਸੇ ਸਿੱਖ ਦੇ ਜੀਵਨ 'ਚੋਂ ਪ੍ਰਾਪਤ ਹੁੰਦੀ ਹੈ। ਜਿਸ ਨੇ ਸੱਚੀ ਮੁੱਚੀ ਜੀਵਨ ਦੇ ਅੰਦਰ ਸਿੱਖੀ ਨੂੰ ਕਮਾਇਆ ਹੋਵੇ ਤੇ ਸਾਨੂੰ ਇਹ ਸਮਝ ਲੱਗਦੀ ਹੈ ਕਿ ਅਸੀਂ ਵੀ ਇਸ ਢੰਗ ਤਰੀਕੇ ਨਾਲ ਸਿੱਖੀ ਦੀ ਕਮਾਈ ਕਰ ਸਕਦੇ ਹਾਂ। ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ, ਇਤਿਹਾਸ ਦੀ ਵਿਚਾਰ ਕਰਦੇ ਹਾਂ ਤੇ ਸਾਰਾ ਹੀ ਜਿਹੜਾ ਸਿੱਖ ਇਤਿਹਾਸ ਹੈ ਜਾਂ ਗੁਰੂ ਕਾਲ ਦਾ ਇਤਿਹਾਸ ਹੈ ਉਹ ਸਿੱਖਾਂ ਦੀ ਅਥਾਹ ਕੁਰਬਾਨੀਆਂ ਨਾਲ, ਸਰਦਾ ਭਾਵਨਾ ਦੇ ਨਾਲ, ਸਿੱਖੀ ਦੀ ਸਿਰਕੱਢ ਕਮਾਈ ਦੇ ਨਾਲ ਭਰਿਆ ਹੋਇਆ ਹੈ। ਜਦੋਂ ਸਿੱਖਾਂ ਨੇ ਕਮਾਈ, ਔਰ ਯਾਦ ਰੱਖਿਓ ਇਹ ਸਿੱਖਾਂ ਨੇ ਜਦੋਂ ਸਿੱਖੀ ਨੂੰ ਕਮਾਇਆ ਤਾਂ ਇਸ ਦੇਸ਼ ਦੀ ਨੁਹਾਰ ਹੀ ਬਦਲ ਗਈ। ਜੇ ਕਿਤੇ ਗੁਰੂ ਨਾਨਕ ਪਾਤਸ਼ਾਹ ਨਾ ਆਏ ਹੁੰਦੇ, ਗੁਰੂ ਨਾਨਕ ਜੋਤ ਨੇ 10 ਜਾਮਿਆਂ ਵਿੱਚ ਵਿਚਰ ਕੇ ਇਸ ਦੇਸ਼ ਨੂੰ ਜਗਾਇਆ ਨਾ ਹੁੰਦਾ ਤਾਂ ਵਿਦਵਾਨ ਕਹਿੰਦੇ ਨੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁन्नत ਹੋਤੀ ਸਭ ਕੀ। ਇਹਦਾ ਜੋ ਪਿਛੋਕੜ ਲੁਕਿਆ ਹੋਇਆ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜਗਤ ਵਿੱਚ ਇੱਕ ਉਹ ਪ੍ਰਕਾਸ਼ ਲੈ ਕੇ ਆਏ
ਜਿਸ ਰੋਸ਼ਨੀ ਨੂੰ ਮੇਰੇ ਗੁਰੂ ਪਿਤਾ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਵੰਡਿਆ। ਤੁਸੀਂ ਦੇਖੋਗੇ ਕਿ ਲੋਕਾਂ ਕੋਲ ਗਿਆਨ ਹੋਣਾ, ਲੋਕਾਂ ਨੂੰ ਸਮਝ ਹੋਣੀ, ਪਰ ਉਹ ਸਮਝ, ਉਹ ਗਿਆਨ ਨੂੰ ਕਿਸੇ ਨਾਲ ਸਾਂਝਾ ਨਾ ਕਰਨਾ, ਉਸ ਨੂੰ ਆਪਣੀ ਪਰਸਨਲ ਪ੍ਰੋਪਰਟੀ ਸਮਝ ਲੈਣਾ, ਇਹ ਸਾਡੇ ਦੇਸ਼ ਵਿੱਚ ਆਦਿ ਕਾਲ ਤੋਂ ਰਿਹਾ। ਐਸੀ ਗੱਲ ਨਹੀਂ ਸੀ ਕਿ ਉਸ ਵੇਲੇ ਜੋਗੀਆਂ ਕੋਲ, ਬ੍ਰਾਹਮਣਾਂ ਕੋਲ, ਕਾਜ਼ੀਆਂ ਕੋਲ ਗਿਆਨ ਨਹੀਂ ਸੀ। ਬੜੇ ਬੜੇ ਗਿਆਨੀ ਲੋਕ ਬੈਠੇ ਹੋਏ ਸਨ, ਬੜੇ ਬੜੇ ਗਿਆਨੀ, ਪਰ ਉਹਨਾਂ ਨੇ ਉਸ ਗਿਆਨ ਨੂੰ ਮਨੁੱਖਤਾ ਦੇ ਭਲੇ ਵਾਸਤੇ ਨਹੀਂ ਵਰਤਿਆ, ਜਿਹਦੇ ਨਾਲ ਮਨੁੱਖਤਾ ਦਾ ਭਲਾ ਹੁੰਦਾ, ਮਨੁੱਖਤਾ ਨੂੰ ਸੋਝੀ ਮਿਲਦੀ। ਗੁਰੂ ਨਾਨਕ ਪਾਤਸ਼ਾਹ ਜਗਤ ਵਿੱਚ ਆਏ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਠੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਪਾਤਸ਼ਾਹ ਨੇ ਮਿਲਿਆ ਹੋਇਆ ਸੱਚਾ ਗਿਆਨ ਸਮਾਜ ਦੇ ਵਿੱਚ ਵੰਡਿਆ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਗੁਰੂ ਨਾਨਕ ਪਾਤਸ਼ਾਹ ਨੇ ਇਸ ਦੇਸ਼ ਨੂੰ ਵੰਡਣ ਦੀ ਜਾਚ ਸਿਖਾਈ, ਜਿੱਥੇ ਕਿਰਤ ਕਰਨ ਦੀ ਜਾਚ ਸਿਖਾਈ, ਜਿੱਥੇ ਨਾਮ ਜਪਣ ਦਾ ਸਲੀਕਾ ਦੱਸਿਆ, ਉੱਥੇ ਪਹਿਲੀ ਵਾਰ ਇਸ ਦੇਸ਼ ਵਿੱਚ ਵੰਡਣ ਦਾ ਜਿਹੜਾ ਸਿਧਾਂਤ ਹੈ ਉਹ ਬਾਬੇ ਨਾਨਕ ਨੇ ਕਾਇਮ ਕੀਤਾ। ਖੋਣ ਦਾ ਸਿਧਾਂਤ ਤਾਂ ਬੜਾ ਚੱਲਦਾ ਸੀ ਇੱਥੇ, ਵੀ ਦੂਜੇ ਦਾ ਖੋਹ ਲਓ, ਜ਼ਮੀਨ ਖੋਹ ਲਓ, ਇਸਤਰੀ ਖੋਹ ਲਓ, ਧਨ ਸੰਪਦਾ ਖੋਹ ਲਓ, ਪਰ ਇੱਥੇ ਵੰਡਣ ਦਾ ਸਿਧਾਂਤ ਕੋਈ ਨਹੀਂ ਸੀ। ਬਾਬੇ ਨਾਨਕ ਨੇ ਇੱਥੇ ਵੰਡ ਕੇ ਸਿਖਾਇਆ। ਐਸੇ ਪਰਉਪਕਾਰੀ ਸਤਿਗੁਰੂ ਦੀ ਸੰਗਤ ਦੇ ਵਿੱਚ ਜਿਨ੍ਹਾਂ ਨੇ ਵੀ ਸ਼ਰਨ ਲਈ, ਜਿਨ੍ਹਾਂ ਨੇ ਗੁਰੂ ਨਾਨਕ ਜਿਨ ਪਰਸਿਓ, ਭੱਟ ਸਾਹਿਬਾਨ ਕਹਿੰਦੇ ਵੀ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਪਰਸਿਆ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਟੱਚ ਕੀਤਾ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਸੰਗ ਕੀਤਾ, ਉਹਨਾਂ ਦਾ ਜੀਵਨ ਕਿਰਦਾਰ ਕਾਬਲੇ ਕਬੂਲ ਹੋ ਗਿਆ। ਉਹਨਾਂ ਵਿੱਚੋਂ ਨੇ ਇੱਕ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਐਸੇ ਮਹਾਂਪੁਰਖ ਜਿਨ੍ਹਾਂ ਨੇ ਸੱਚੀ ਮੁੱਚੀ ਗੁਰੂ ਦੇ ਨਕਸ਼ੇ ਕਦਮ 'ਤੇ ਚੱਲ ਕੇ ਆਪਣੇ ਆਪ ਨੂੰ ਘੜਿਆ। ਗੁਸਤਾਖੀ ਮਾਫ਼ ਕਰਨਾ, ਕਹਿਣਾ ਬੜਾ ਸੌਖਾ ਹੁੰਦਾ ਵੀ 113 ਸਾਲ ਸੇਵਾ ਕੀਤੀ ਹੈ। ਆਪਾ ਪਾਹੋ ਗਵਾ ਕੇ 13 ਦਿਨ ਸੇਵਾ ਨਹੀਂ ਹੁੰਦੀ ਬੰਦੇ ਕੋਲੋਂ, ਮੈਨੂੰ ਛੱਡ ਕੇ। ਤੇ ਉਹ ਤਾਂ 113 ਸਾਲ ਆਪਾ ਪਾਹੋ ਗਵਾ ਕੇ ਗੁਰੂ ਨੂੰ ਕੁਰਬਾਨ ਹੋ ਕੇ ਸੇਵਾ ਕੀਤੀ। ਬਾਬੇ ਨਾਨਕ ਨੇ ਇਹਨਾਂ ਬਚਨਾਂ ਨੂੰ ਫੁੱਲ ਚਾੜੇ ਕਿ ਆਪ ਗਵਾਈਐ ਤਾਂ ਸਹਿ ਪਾਈਐ, ਔਰ ਕੈਸੀ ਚਤਰਾਈ। ਆਪਾ ਪਾਹੋ ਗਵਾਇਆ। ਇਸ ਵਿਚਾਰਧਾਰਾ ਨੂੰ ਜੀਵਨ ਦੇ ਵਿੱਚ, ਜਿਵੇਂ ਕਈ ਵਾਰੀ ਸੋਚਦਾ, ਕਿਉਂਕਿ ਆਪਾਂ ਜਦੋਂ ਕਿਸੇ ਸਤਿਪੁਰਖ ਦੀ, ਕਿਤੇ ਗੁਰਸਿੱਖ ਦੀ ਗੱਲ ਕਰਦੇ ਹਾਂ ਤਾਂ ਆਪਾਂ ਕੇਵਲ ਇਤਿਹਾਸ ਦੇ ਪੱਖ ਤੋਂ ਹੀ ਗੱਲ ਕਰਦੇ ਹਾਂ, ਪਰ ਇਤਿਹਾਸ ਤਾਂ ਬਣਿਆ ਉਹਨਾਂ ਦੇ ਜੀਵਨ 'ਚ ਪਹਿਲਾਂ ਬਾਣੀ ਦਾ ਪ੍ਰਕਾਸ਼ ਹੋਇਆ, ਇਤਿਹਾਸ ਤਾਂ ਬਣਿਆ। ਇਤਿਹਾਸ ਬਾਅਦ ਵਿੱਚ ਹੈ, ਉਹਨਾਂ ਦੇ ਜੀਵਨ 'ਚ ਗੁਰਬਾਣੀ ਪਹਿਲਾਂ। ਬਾਬਾ ਬੁੱਢਾ ਜੀ ਨੇ ਇਹ ਬਚਨ ਵੀ ਗੁਰੂ ਨਾਨਕ ਪਾਤਸ਼ਾਹ ਦੇ ਕਮਾਏ ਹੋਣਗੇ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੈ, ਚੋਲੜਾ ਪਿਆਰੇ, ਕਿਉ ਤਨ ਸੇਜੈ ਜਾਏ। ਫਿਰ ਐਸੇ ਗੁਰਸਿੱਖ ਨੂੰ ਕਿਹਾ ਹੋਵੇਗਾ ਕਿ ਹੋਂ ਕੁਰਬਾਨੈ ਜਾਓ ਮਿਹਰਬਾਨਾ, ਹੋਂ ਕੁਰਬਾਨੈ ਜਾਓ, ਹੋਂ ਕੁਰਬਾਨੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹੋਂ ਸਦ ਕੁਰਬਾਨੈ ਜਾਓ। ਇਹਨਾਂ ਬਚਨਾਂ ਨੂੰ ਬਾਬੇ ਨਾਨਕ ਦਿਆਂ ਨੂੰ ਬਾਬਾ ਬੁੱਢਾ ਸਾਹਿਬ ਨੇ ਸੁਣਿਆ, ਜੀਵਨ 'ਚ ਕਮਾਇਆ, ਔਰ ਜੀਵਨ ਨੂੰ ਐਸਾ ਕਮਾਇਆ ਕਿ ਅੱਜ ਸਾਰੀ ਦੁਨੀਆ ਉਹਨਾਂ ਨੂੰ ਸਿਜਦਾ ਕਰਦੀ ਹੈ। ਔਰ ਮੈਂ ਕਈ ਵਾਰੀ ਮਨ 'ਚ ਸੋਚਦਾ ਕਿ ਉਹਨਾਂ ਦਾ ਨਾਮ ਲਿਆ, ਕਿਤਨਾ ਦੇ ਘਰਾਂ ਦੇ ਵਿੱਚ, ਕਿਤਨੇ ਲੋਕਾਂ ਦੀਆਂ ਝੋਲੀਆਂ ਉਹ ਖੁਸ਼ੀਆਂ ਨਾਲ ਭਰ ਦਿੰਦੇ। ਉਹਨਾਂ ਦੇ ਨਾਮ ਦੇ ਵਿੱਚ ਵੀ ਇਤਨੀ ਬਰਕਤ ਆ ਗਈ,
ਕਿਉਂਕਿ ਨਾਮ ਕਿਸੇ ਦੇ ਬਰਕਤ ਤਾਂ ਆਉਂਦੀ ਹੈ ਜੇ ਉਸਦੀ ਕਮਾਈ ਹੋਵੇ। ਜੇ ਕਮਾਈ ਨਹੀਂ ਤਾਂ ਨਾਮ 'ਚ ਬਰਕਤ ਕੋਈ ਨਹੀਂ। ਜੇ ਕਿਸੇ ਦੀ ਕਮਾਈ ਹੋਵੇ ਨਾ ਜੀਵਨ 'ਚ, ਜਿਹਨੇ ਕੁਝ ਕਮਾਇਆ ਹੋਵੇ ਜੀਵਨ ਵਿੱਚ, ਉਹਦੇ ਨਾਮ ਦਾ ਲਿਆਂ ਵੀ ਜੋ ਬਹੁਤ ਸਾਰੇ ਦੁੱਖ ਦੂਰ ਹੋ ਜਾਂਦੇ। ਜਿਵੇਂ ਪਰਮਾਤਮਾ ਦਾ ਨਾਮ ਲਿਆਂ ਦੁੱਖ ਕੱਟੇ ਜਾਂਦੇ ਨੇ ਨਾ, ਇਸ ਤਰ੍ਹਾਂ ਕੋਈ ਐਸਾ ਗੁਰਸਿੱਖ ਕਮਾਈ ਵਾਲਾ ਹੋਵੇ, ਉਸਦੀ ਯਾਦ ਵੀ ਸਾਡੇ ਜੀਵਨ ਨੂੰ ਦੁੱਖਾਂ ਤੋਂ ਦੂਰ ਕਰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਦੀ ਪਾਵਨ ਧਰਤੀ 'ਤੇ 1506 ਈਸਵੀ ਵਿੱਚ ਭਾਈ ਸੁੱਖੇ ਰੰਧਾਵੇ ਦੇ ਘਰ ਮਾਤਾ ਗੋਰਾਂ ਜੀ ਦੀ ਕੁੱਖ ਤੋਂ ਆਪ ਜੀ ਨੇ ਜਨਮ ਧਾਰਿਆ 1506 ਈਸਵੀ ਵਿੱਚ। ਬਾਰਾਂ ਸਾਲ ਦੀ ਆਰਜਾ ਹੋਈ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਨਗਰ ਵਿੱਚ ਪਹੁੰਚੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੂਜੀ ਉਦਾਸੀ, ਪਹਿਲੀ ਉਦਾਸੀ ਸੰਪੂਰਨ ਕਰ ਰਹੇ ਸਨ ਔਰ ਦੂਜੀ ਉਦਾਸੀ 'ਤੇ ਗੁਰੂ ਸਾਹਿਬ ਚੱਲੇ ਸਨ। ਉਹਨਾਂ ਦਿਨਾਂ ਦੀ ਇਹ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਦਾ ਉੱਥੇ ਪਿੰਡਾਂ ਦੇ ਵਿਚਕਾਰ ਬਹਿਣਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਲੋਕਾਂ ਨੂੰ ਰੂਹਾਨੀ ਗਿਆਨ ਵੰਡਣਾ, ਉਹਦਾ ਕਿਨਕਾ ਮਾਤਰ ਸਬਬ ਜਿਹੜਾ ਹੈ ਉਹ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਪਹਿਲੀ ਵਾਰ ਪ੍ਰਾਪਤ ਹੋਇਆ। ਮੈਂ ਕਈ ਵਾਰੀ ਤੁਸੀਂ ਵੀ ਦੇਖਿਆ ਹੋਏਗਾ ਕਿ ਜਿਹੜਾ ਗੁਰੂ ਕਾ ਕੀਰਤਨੀਆ ਬੜਾ ਜੁੜਿਆ ਹੋਇਆ ਨਾ ਗੁਰੂ ਚਰਨਾਂ ਨਾਲ, ਜਿਹੜਾ ਮਾਇਆ ਦਾ ਪੱਖ ਛੱਡ ਭਲੋ ਭਲੋ ਦੇ ਕੀਰਤਨੀਏ ਰਾਮ ਰਮਾ ਰਾਮਾ ਗੁਣ ਗਾਵੋ ਦੇ ਆਧਾਰ 'ਤੇ ਚੱਲਦਾ ਹੈ ਕਿ ਮੈਂ ਸਿਰਫ ਗੁਣ ਗਾਣੇ ਨੇ ਇਸ ਕੀਰਤਨ ਰਾਹੀਂ, ਅਤੇ ਉਹ ਕਈਆਂ ਦੀ ਟੁੱਟੀ ਹੋਈ ਬਿਰਤੀ ਨੂੰ ਜੋੜ ਦਿੰਦਾ ਹੈ। ਔਰ ਇਹ ਵੀ ਮੈਂ ਬੇਨਤੀ ਕਰਾਂ, ਜਿਹੜੀ ਬਾਣੀ ਹੈ, ਜਿਹੜੀ ਰੱਬੀ ਇਬਾਦਤ ਹੈ, ਸਿਵ ਸਲਾਹ ਹੈ, ਇਹ ਭਾਸ਼ਾ ਦੇ ਵਿੱਚ ਨਹੀਂ ਬੰਨੀ ਹੋਈ ਵੀ ਅਗਲੇ ਨੂੰ ਭਾਸ਼ਾ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ। ਭਾਸ਼ਾਵਾਂ ਦੀਆਂ ਪੌੜੀਆਂ ਥੱਲੇ ਰਹਿ ਜਾਂਦੀਆਂ, ਉਹ ਤਾਂ ਸਿਰਫ ਗਿਆਨ ਸਮਝਣਾ ਹੈ, ਜੀਵਨ ਦੀ ਘਾੜਤ ਦੀ ਅਰਮਤਾ ਹੈ। ਪਰ ਇੱਕ ਭਗਤੀ ਐਸੀ ਦਾਤ ਹੈ, ਪਰਮੇਸ਼ਰ ਦੀ ਸਿਫਤ ਸਲਾਹ ਐਸੀ ਦਾਤ ਹੈ ਗੁਰਸਿੱਖੋ, ਕਿ ਜਿੱਥੇ ਜਾ ਕੇ ਮਨੁੱਖ ਦੇ ਜੀਵਨ ਦੇ ਵਿੱਚ ਜੇ ਉਹ ਦਾਤ ਮਨੁੱਖ ਨੂੰ ਨਿਸ਼ਕਾਮਤਾ ਵਾਲੀ ਆ ਗਈ, ਨਿਰਵਾਣ ਕੀਰਤਨ ਗਾਵੋ ਕਰਤੇ ਕੀ ਦੀ ਸਿਫਤ ਸਲਾਹ ਜੀਵਨ 'ਚ ਆ ਗਈ, ਉੱਥੇ ਭਾਵੇਂ ਸ਼ਬਦ ਦੇ ਬੋਲ ਨਾ ਵੀ ਸਮਝ ਆਉਣ, ਪਰ ਮਨੁੱਖ ਅੰਦਰੋਂ ਜੁੜ ਜਾਂਦਾ ਹੈ। ਕਿਉਂਕਿ ਅੰਦਰ ਆਤਮਾ ਦਾ ਸਾਰਿਆਂ ਵਿੱਚੋਂ ਸਭ ਦੇ ਵਿੱਚ ਇੱਕੋ ਹੀ ਹੈ ਨਾ, ਪਰਮਾਤਮਾ ਦੀ। ਠੀਕ ਹੈ, ਉਹਦੀ ਬੋਲੀ ਵੱਖਰੀ ਹੋ ਸਕਦੀ, ਉਹਦਾ ਰੰਗ ਵੱਖਰਾ ਹੋ ਸਕਦਾ, ਉਹਦਾ ਦੇਸ਼ ਵੱਖਰਾ ਹੋ ਸਕਦਾ, ਰਹਿਣ ਵਾਲਾ ਕਿਸੇ ਹੋਰ ਥਾਂ ਦਾ ਹੋ ਸਕਦਾ, ਪਰ ਸਾਰਿਆਂ ਵਿੱਚ ਆਤਮਾ ਪਰਮਾਤਮਾ ਦੀ ਅੰਸ਼ ਹੈ ਸਾਰਿਆਂ ਵਿੱਚ। ਅਤੇ ਜਦੋਂ ਪਰਮਾਤਮਾ ਦੀ ਅੰਸ਼ ਦੇ ਰਿਲੇਟਿਡ ਕੋਈ ਗੱਲ ਚੱਲਦੀ ਹੈ ਨਾ, ਉਸ ਰੂਹ ਵਿੱਚੋਂ ਜਦੋਂ ਕੋਈ ਗੱਲ ਨਿਕਲਦੀ ਹੈ, ਉਹ ਹਰ ਇੱਕ ਆਤਮਾ ਦੇ ਉੱਤੇ ਪ੍ਰਭਾਵ ਪਾਉਂਦੀ। ਇਹ ਯਾਦ ਰੱਖਣਾ। ਉਹ ਆਤਮਾ ਜਿਸ ਸਰੀਰ 'ਚ ਵਿਚਰ ਰਹੀ ਹੈ, ਉਸ ਸਰੀਰ ਦੀ ਭਾਸ਼ਾ ਕੀ ਹੈ, ਉਸਦਾ ਰੰਗ ਕੀ ਹੈ, ਦੇਸ਼ ਕੀ ਹੈ, ਕੋਈ ਮਤਲਬ ਨਹੀਂ। ਇਹ ਵੀ ਯਾਦ ਰੱਖਿਓ। ਇਹ ਬਹੁਤ ਉੱਪਰ ਦੀ ਗੱਲ ਕਰ ਰਿਹਾ ਮੈਂ, ਇਹ ਥੱਲੇ ਵਾਲੀ ਗੱਲ ਨਹੀਂ ਹੈ। ਇਸ ਗੱਲ ਦਾ ਲੈਵਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਲੈਵਲ ਹੈ ਕਿ ਜਿੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਰੂਹਾਨੀ ਕੀਰਤਨ ਦੇ ਰਾਹੀਂ ਲੋਕਾਂ ਨੂੰ ਉਸ ਪ੍ਰਭੂ ਦੇ ਨਾਲ ਜੋੜਿਆ। ਕੀਰਤਨ ਸੁਣਿਆ, ਪਸ਼ੂ ਚਾਰਨ ਵਾਸਤੇ ਆਏ ਸਨ, ਆ ਕੇ ਕੋਲ ਬੈਠ ਗਏ। ਕੀਰਤਨ ਸੁਣਿਆ, ਬੜਾ ਆਨੰਦ ਆਇਆ। ਕੋਈ ਉਸ ਵੇਲੇ ਕੀਰਤਨ ਸੁਣਨ ਤੋਂ ਬਾਅਦ ਇਤਿਹਾਸਕਾਰ ਲਿਖਦੇ ਨੇ ਵੀ ਕੋਈ ਗੱਲਬਾਤ ਨਹੀਂ ਹੋਈ, ਘਰ ਚਲੇ ਗਏ। ਮਾਤਾ ਜੀ ਨੂੰ ਦੱਸਿਆ, ਮਾਤਾ ਗੋਰਾ ਜੀ ਉਹਨਾਂ ਨੂੰ, ਕਿ ਮਾਤਾ ਜੀ ਕੋਈ ਆਪਣੇ ਖੇਤਾਂ ਵੱਲ ਉੱਥੇ ਕੋਈ ਸੰਤ ਬੈਠੇ ਹੋਏ ਹਨ,
ਤੇ ਪਰ ਉਹਨਾਂ ਨੇ ਕੁਝ ਗਾਇਆ, ਪਰ ਮੈਨੂੰ ਬੜਾ ਆਨੰਦ ਆਇਆ। ਮੈਂ ਸੁਣਿਆ, ਮੇਰਾ ਦਿਲ ਜੁੜ ਗਿਆ। ਕਹਿੰਦੇ ਜਿੰਨਾ ਚਿਰ ਉਹਨਾਂ ਨੇ ਕੀਰਤਨ ਕੀਤਾ ਨਾ, ਮੇਰਾ ਮਨ ਟਿਕਿਆ ਰਿਹਾ। ਤੇ ਮਾਂ ਕਹਿੰਦੀ, ਬੇਟਾ ਸਤਿਪੁਰਖਾਂ ਦੀ ਸੇਵਾ ਕਰੀਦੀ ਹੈ। ਇੱਕ ਕੰਮ ਕਰ, ਇਹ ਦੁੱਧ ਗਰਮ ਕੀਤਾ ਔਰ ਦੁੱਧ ਲੈ ਕੇ ਭੇਜ ਦਿੱਤਾ, ਜਾ ਕੇ ਸੇਵਾ ਕਰ। ਗਰਮ ਦੁੱਧ ਦੀ ਗੜਵੀ ਲੈ ਕੇ ਔਰ ਜੋ ਗੁਰੂ ਨਾਨਕ ਪਾਤਸ਼ਾਹ ਕੋਲ ਪਹੁੰਚਣਾ, ਮਹਾਰਾਜ ਜੀ ਨੂੰ ਉਹ ਦੁੱਧ ਪੇਸ਼ ਕਰਨਾ। ਉੱਥੇ ਫਿਰ ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵਾਰਤਾਲਾਪ ਹੋਣਾ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਵਾਦ ਹੋਣਾ। ਮੈਂ ਇੱਕ ਗੱਲ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖ ਦਾ ਅਤੇ ਗੁਰੂ ਦਾ ਇਸ ਤਰ੍ਹਾਂ ਦਾ ਸੰਵਾਦ ਨਹੀਂ ਹੋ ਰਿਹਾ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੋਇਆ ਸੀ। ਉਸ ਤਰ੍ਹਾਂ ਦਾ ਸੰਵਾਦ ਨਹੀਂ ਹੈ। ਨਹੀਂ ਤਾਂ ਆਪਾਂ ਬਾਣੀ ਨਾਲ ਕਰ ਸਕਦੇ ਹਾਂ, ਬਾਣੀ ਪੜ੍ਹਦੇ ਹੋਏ ਉਸ ਸੰਵਾਦ ਨੂੰ ਜਪਜੀ ਸਾਹਿਬ 'ਚੋਂ ਹੀ ਆਪਾਂ ਗੁਰੂ ਨਾਨਕ ਨੂੰ ਸਾਹਮਣੇ ਜਪਜੀ ਗੁਰੂ ਨਾਨਕ ਸਮਝ ਕੇ ਔਰ ਉਸਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ। ਪਰ ਉੱਦਾਂ ਦਾ ਸੰਵਾਦ ਨਹੀਂ ਹੋ ਰਿਹਾ ਜਿਹੜਾ ਸੰਵਾਦ ਕਰੀ ਬਾਬਾ ਬੁੱਢਾ ਸਾਹਿਬ ਜੀ ਨਾਲ ਹੋਇਆ। ਗੱਲਾਂ ਬਾਤਾਂ ਹੋਈਆਂ, ਪੁੱਛਿਆ ਵੀ ਪੁਰਖਾ ਤੇਰੇ ਮਨ 'ਚ ਕਿਵੇਂ ਖਿਆਲ ਆਇਆ ਵੀ ਸਾਡੀ ਸੇਵਾ ਕਰਨੀ ਹੈ? ਕਿ ਜੀ ਮੈਂ ਮਾਂ ਨੂੰ ਜਾ ਕੇ ਦੱਸਿਆ, ਮਾਤਾ ਜੀ ਨੇ ਮੈਨੂੰ ਦੁੱਧ ਭੇਜ ਦਿੱਤਾ। ਗੱਲਾਂ ਬਾਤਾਂ ਹੋਈਆਂ। ਬਚਪਨ ਦੇ ਅੰਦਰ ਇਸ ਗੱਲ ਦੀ ਜਾਗ ਲੱਗ ਜਾਣੀ ਕਿ ਇਹ ਮਨੁੱਖਾ ਜੀਵਨ ਰੱਬ ਨੂੰ ਮਿਲਣ ਵਾਸਤੇ ਮਿਲਿਆ। ਕਿਤੇ ਐਸਾ ਨਾ ਹੋਵੇ ਉਸ ਦਾ ਮਿਲਾਪ ਨਾ ਹੋਵੇ, ਉਸ ਤੋਂ ਪਹਿਲਾਂ ਹੀ ਇਹ ਸਰੀਰ ਨਾਸ ਹੋ ਜਾਏ। ਇਹ ਗੱਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਹੜੀਆਂ ਹੋਈਆਂ, ਤੁਸੀਂ ਇਹ ਸਾਰੀਆਂ ਸਾਖੀਆਂ ਸੁਣੀਆਂ ਹੋਈਆਂ, ਸਾਰਾ ਪ੍ਰਚਾਰ ਸੁਣਿਆ ਹੋਇਆ। ਪਰ ਮੈਂ ਇਸ ਦੇ ਵਿੱਚ ਦੀ ਗੱਲ ਇਹ ਕਰਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ, ਪੁਰਖਾ ਇਤਨੀ ਛੋਟੀ ਆਰਜਾ, ਇਤਨੀ ਛੋਟੀ ਉਮਰ, ਇਹ ਤੂੰ 12 ਸਾਲ ਦੀ ਉਮਰ ਵਿੱਚ ਗੱਲਾਂ ਕਰਦਾ। ਇਹ ਤਾਂ ਲੋਕ 70 ਸਾਲ ਦੀ 90 ਸਾਲ ਦੀ ਉਮਰ 'ਚ ਗੱਲਾਂ ਨਹੀਂ ਕਰਦੇ। ਸਗੋਂ ਕੋਈ ਮੌਤ ਦੀ ਗੱਲ ਕਰੇ ਤੇ ਲੋਕ ਚੁੱਪ ਕਰ ਦਿੰਦੇ ਵੀ ਚੁੱਪ ਕਰ ਜਾਓ, ਕੋਈ ਸ਼ੁਭ ਗੱਲ ਕਰੋ। ਮੌਤ ਦੀ ਗੱਲ ਨੂੰ ਤਾਂ ਸ਼ੁਭ ਹੀ ਨਹੀਂ ਮੰਨਿਆ ਜਾਂਦਾ। ਤੁਸੀਂ ਘਰ ਦੇ ਵਿੱਚ ਕਰਕੇ ਵੇਖਣਾ ਕੋਈ ਗੱਲ, ਉਹਨਾਂ ਕਹਿੰਦੇ ਅਸ਼ੁਭ ਗੱਲ ਹੈ ਜੀ, ਇਹ ਨਹੀਂ ਕਰਨੀ। ਅਤੇ ਉਹਨਾਂ ਨੂੰ ਪੁੱਛੋ ਵੀ ਸ਼ੁਭ ਗੱਲ ਕਿਹੜੀ ਫਿਰ ਘਰ 'ਚ? ਜੇ ਮੌਤ ਦੀ ਗੱਲ ਅਸ਼ੁਭ ਹੈ, ਸ਼ੁਭ ਨਹੀਂ ਹੈ, ਤਾਂ ਹੋਰ ਸ਼ੁਭ ਗੱਲ ਕਿਹੜੀ ਹੈ? ਤੁਸੀਂ ਗੱਲ ਕਰਕੇ ਦੇਖੋ, ਉਸ ਵੇਲੇ ਸਾਰਿਆਂ ਨੇ ਮਨਾ ਕਰ ਦੇਣਾ। ਪਰ ਇਤਨੀ ਛੋਟੀ ਆਰਜਾ ਵਿੱਚ ਇਹ ਸਮਝ ਆ ਜਾਣੀ ਵੀ ਮੌਤ ਕਿਸੇ ਵੀ ਉਮਰ ਵਿੱਚ ਆ ਸਕਦੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਪੁੱਛ ਕੇ ਇਹ ਕਹਿਣਾ ਵੀ ਤੂੰ ਬੂੜਾ ਨਹੀਂ। ਠੀਕ ਹੈ, ਤੇਰੇ ਮਾਤਾ ਪਿਤਾ ਨੇ ਨਾਮ ਭਾਈ ਸੁੰਗੇ ਰੰਧਾਵਾ ਜੀ ਨੇ ਅਤੇ ਮਾਤਾ ਗੋਰਾ ਨੇ ਨਾਮ ਤੇਰਾ ਬੂੜਾ ਰੱਖਿਆ, ਪਰ ਤੂੰ ਅਸਲ ਵਿੱਚ ਬੁੱਢਾ। ਬੁੱਢਾ ਉਮਰ ਦੀ ਗੱਲ ਨਹੀਂ ਹੁੰਦੀ, ਬੁਢੇਪੇ ਦਾ ਅਰਥ ਹੀ ਸਿਆਣਪ ਹੁੰਦਾ ਹੈ। ਜੇ ਸਿਆਣਪ ਆ ਗਈ ਤਾਂ ਸਮਝ ਲਓ ਬੰਦਾ ਬਜ਼ੁਰਗ ਹੋ ਗਿਆ। ਬਜ਼ੁਰਗ ਹੀ ਸਿਆਣਪ ਦਾ ਨਾਮ ਹੈ। ਕੋਈ ਇਹ ਨਹੀਂ ਵੀ ਬਾਲ ਚਿੱਟੇ ਹੋ ਗਏ ਤਾਂ ਕੋਈ ਸਿਆਣਾ ਹੋ ਜਾਂਦਾ ਹੈ, ਜਾਂ ਉਮਰ ਵਧੇਰੀ ਹੋ ਗਈ ਤਾਂ ਕੋਈ ਸਿਆਣਾ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਤੂੰ ਗੱਲਾਂ ਬੁੱਢਿਆਂ ਵਰਗੀਆਂ ਕੀਤੀਆਂ, ਤੂੰ ਬੂੜਾ ਹੈ, ਤੂੰ ਬੁੱਢਾ ਹੈ, ਬੂੜਾ ਨਹੀਂ। ਇਹ ਗੱਲਾਂ ਬਾਤਾਂ ਹੋਈਆਂ। ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪ੍ਰਚਾਰ ਦੌਰੇ 'ਤੇ ਅੱਗੇ ਚਲੇ ਜਾਂਦੇ ਨੇ, ਪਰ ਅੰਦਰ ਇੱਕ ਤਾਰ ਜੁੜ ਜਾਂਦੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵੀ ਐਸਾ ਸੰਪੂਰਨ ਗੁਰੂ ਹੋਵੇ, ਐਸੇ ਗੁਰੂ ਦੀਆਂ ਇੰਨੀਆਂ ਪਿਆਰੀਆਂ ਗੱਲਾਂ ਬਾਤਾਂ ਜਿਸ ਨੇ ਮੇਰੇ ਜੀਵਨ ਨੂੰ ਝੰਜੋੜ ਕੇ ਰੱਖ ਦਿੱਤਾ। ਗੁਰੂ ਨਾਨਕ ਪਾਤਸ਼ਾਹ ਲਗਾਤਾਰ ਉਹਨਾਂ ਦਿਨਾਂ ਦੇ ਵਿੱਚ ਪ੍ਰਚਾਰਕ ਦੌਰਾ 'ਤੇ ਰਹੇ। ਪਹਿਲੀ ਉਦਾਸੀ ਕੀਤੀ, ਦੂਜੀ ਉਦਾਸੀ ਕੀਤੀ, ਫਿਰ ਤੀਜੀ ਉਦਾਸੀ 'ਤੇ ਚਲੇ ਗਏ। ਗੁਰੂ ਨਾਨਕ ਪਾਤਸ਼ਾਹ ਲਗਾਤਾਰ ਕਿਤਨਾ ਲੰਬਾ ਸਮਾਂ ਤੁਸੀਂ ਦੇਖੋ ਨਾ ਉਦਾਸੀਆਂ 'ਤੇ ਰਹੇ। ਤੀਜੀ ਉਦਾਸੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ। ਔਰ ਇਹ ਉਹ ਨਗਰ ਹੈ ਜਿੱਥੇ ਕਿ ਗੁਰੂ ਸਾਹਿਬ ਜੀ ਦੇ ਉਹ ਪਿਆਰੇ ਆ ਕੇ ਵਸੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਸਿੱਖੀ ਧਾਰਨ ਕੀਤੀ। ਮੈਂ ਇਹ ਵੀ ਤੁਹਾਨੂੰ ਬੇਨਤੀ ਕਰ ਰਿਹਾ, ਗੁਰੂ ਨਾਨਕ ਪਾਤਸ਼ਾਹ ਜਦੋਂ ਸੁਲਤਾਨਪੁਰ ਲੋਧੀ ਰਹੇ ਤਾਂ ਉਸ ਵੇਲੇ ਤੋਂ ਬੇਅੰਤ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ ਸਨ, ਜਿਨ੍ਹਾਂ ਵਿੱਚੋਂ ਭਾਈ ਮਨਸੁਖ ਦਾ ਜ਼ਿਕਰ ਆਉਂਦਾ ਹੈ, ਭਾਈ ਭਗੀਰਥ ਦਾ ਜ਼ਿਕਰ ਆਉਂਦਾ ਹੈ, ਭਾਈ ਸਿਵਨਾਥ ਦਾ ਜ਼ਿਕਰ ਆਉਂਦਾ ਹੈ। ਉਹ ਵੀ ਸ਼ਰਧਾਲੂ ਬਣ ਚੁੱਕਿਆ। ਭਾਵੇਂ ਗੁਰੂ ਨਾਨਕ ਨੂੰ ਦੇਖਿਆ ਕੋਈ ਨਹੀਂ, ਪਰ ਅੰਦਰ ਭਾਵਨਾ ਜਾਗ ਗਈ ਹੈ।
ਗੁਰੂ ਨਾਨਕ ਪਾਤਸ਼ਾਹ ਦੇ ਬੋਲ ਸੁਣ ਲਏ ਨੇ ਉਹਨੇ। ਇਹ ਉਹ ਸ਼ਰਧਾਲੂ ਸਿੱਖ ਨੇ ਜਦੋਂ ਕਿ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਨਾਲ ਬਹੁਤ ਨੇੜਤਾ ਬਣ ਗਈ ਸੀ, ਬੜਾ ਪਿਆਰ ਬਣ ਗਿਆ ਸੀ। ਗੁਰੂ ਨਾਨਕ ਦੀ ਬੜੀ ਬਖਸ਼ਿਸ਼ਾਂ ਇਹਨਾਂ ਸਿੱਖਾਂ ਨੇ ਹਾਸਲ ਕੀਤੀਆਂ। ਅਤੇ ਇਹ ਉਹ ਲੋਕ ਸਨ ਜਦੋਂ ਕਿ ਕਰਤਾਰਪੁਰ ਸਾਹਿਬ ਨਗਰ ਵਸਦਾ ਤਾਂ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਉੱਥੇ ਲਾ ਕੇ ਵਸਾਇਆ। ਕਰਤਾਰਪੁਰ ਨਗਰ ਵਸਿਆ, ਬਹੁਤ ਸਿੱਖ ਆ ਕੇ ਉੱਥੇ ਵਸੇ ਵੀ ਚੰਗਾ ਹੋਏਗਾ, ਇੱਕ ਤਾਂ ਗੁਰੂ ਦੀ ਸੰਗਤ ਹੋਏਗੀ, ਇੱਕ ਉੱਥੇ ਜੋ ਸਾਨੂੰ ਕੰਮਕਾਰ ਵੀ ਮਿਲ ਜਾਣਾ। ਕਿਉਂਕਿ ਗੁਰੂ ਸਾਹਿਬ ਜੀ ਤਾਂ ਕਿਰਤ ਨੂੰ ਪਹਿਲਾਂ ਹੀ ਆਪ ਕਰਦੇ ਸਨ ਔਰ ਖਿਆਲ ਰੱਖਦੇ ਸਨ, ਕਿਰਤੀ ਸਨ। ਲੋਕਾਂ ਵਾਸਤੇ ਇਹ ਨਵੀਂ ਗੱਲ ਸੀ ਵੀ ਕੋਈ ਸਾਧੂ ਹੋਵੇ ਪਰ ਕਿਰਤੀ ਹੋਵੇ। ਪਹਿਲਾਂ ਤਾਂ ਇੱਦਾਂ ਦਾ ਕੋਈ ਸਾਧੂ ਨਹੀਂ ਸੀ ਹੁੰਦਾ ਜਿਹੜਾ ਕਿਰਤੀ ਹੋਵੇ, ਜਿਹੜਾ ਨਾਲ ਕੰਮਕਾਰ ਕਰਦਾ ਹੋਵੇ। ਇਹ ਸਾਧੂ ਵੱਖਰਾ ਹੀ ਹੈ, ਇਹ ਕੰਮ ਵੀ ਕਰਦਾ ਅਤੇ ਸਿੱਖ ਪ੍ਰਚਾਰ ਵੀ ਕਰਦਾ ਸੱਚ ਦਾ। ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਰਹਿ ਕੇ 1521 ਤੋਂ ਲੈ ਕੇ ਔਰ 1539 ਤੱਕ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸੇ, ਵਿੱਚ ਨੂੰ ਆਪਣੇ ਪਿੰਡ ਚਲੇ ਜਾਣਾ ਆਪਣੇ ਕੰਮਕਾਰ ਕਰਨ ਵਾਸਤੇ। ਔਰ ਜਦੋਂ ਕੰਮਕਾਰ ਹੋ ਜਾਣੇ, ਕਿਉਂਕਿ ਉਹਨਾਂ ਦਿਨਾਂ 'ਚ ਕਿਸਾਨੀ ਦੇ ਕੰਮ ਕੁਝ ਸਮਾਂ ਆਉਣ 'ਤੇ ਹੀ ਹੁੰਦੇ ਸਨ, ਕਿਉਂਕਿ ਵੱਡੀਆਂ ਖੇਤੀਆਂ ਨਹੀਂ ਸੀ ਹੁੰਦੀਆਂ। ਮੂੰਗਫਲੀਆਂ ਬੀਜ ਲੈਣੀਆਂ ਅਤੇ ਬੀਜ ਕੇ ਛੱਡ ਦੇਣੀਆਂ, ਬਾਰਿਸ਼ ਦੇ ਆਸਰੇ 'ਤੇ ਹੋ ਜਾਂਦੀਆਂ ਸਨ। ਮੈਂ ਇਤਿਹਾਸ ਦੇ ਉਹ ਪੱਖ ਸਾਰੇ ਪੜ੍ਹ ਕੇ ਦੇਖੇ। ਇਸ ਕਰਕੇ ਉਸ ਸਮਾਂ ਜ਼ਿਆਦਾ ਕਿਸਾਨ ਦੇ ਉੱਤੇ ਜ਼ੋਰ ਨਹੀਂ ਸੀ ਪੈਂਦਾ। ਸਾਮਣੀ ਅਤੇ ਹਾੜੀ ਬੀਜ ਲੈਣੀ, ਉਸ ਤੋਂ ਬਾਅਦ ਗੁਰੂ ਚਰਨਾਂ 'ਚ ਆ ਜਾਣਾ, ਬੀਜ ਕੇ ਆ ਜਾਣਾ, ਪਿੱਛੇ ਛੱਡਿਆ ਨਾ ਫਸਲ। ਅੱਜ ਦੇ ਵਾਂਗ ਨਹੀਂ, ਅੱਜ ਤਾਂ ਸਪਰੇਅ ਨਾ ਕਰੋ, ਅੱਜ ਤਾਂ ਤੁਸੀਂ ਪਾਣੀ ਨਾ ਦਿਓ, ਅੱਜ ਤਾਂ ਬਹੁਤ ਸਾਰਾ ਖਿਆਲ ਰੱਖਣਾ ਪੈਂਦਾ ਕਿਸਾਨ ਨੂੰ। ਅਜੋਕੀ ਖੇਤੀ ਬੜੀ ਔਖੀ ਹੈ, ਪਰ ਪੁਰਾਤਨ ਸਮੇਂ ਵਿੱਚ ਜ਼ਰੂਰਤਾਂ ਵੀ ਘੱਟ ਸਨ, ਇਸ ਕਰਕੇ ਉਸ ਮੁਤਾਬਿਕ ਜੋ ਹੈ ਖੇਤੀ ਜੋ ਕੋਈ ਜ਼ਿਆਦਾ ਔਖਾ ਕੰਮ ਨਹੀਂ ਸੀ। ਸੋ ਬਹੁਤਾ ਸਮਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸੀ, ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਚੰਗੀ ਤਰ੍ਹਾਂ ਵਸਾਇਆ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਇੱਕ ਬੋਲ ਦੇਖੋ, ਜਦੋਂ ਆਪਾਂ ਆਸਾ ਕੀ ਵਾਰ ਪੜ੍ਹਦੇ ਹਾਂ, ਸੁਣਦੇ ਹਾਂ, ਆਸਾ ਕੀ ਵਾਰ ਦੇ ਵਿੱਚ ਉਹ ਤੱਤ ਸਾਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ, ਜਿੱਥੇ ਕਿ ਗੁਰੂ ਸਾਹਿਬ ਜੀ ਨੇ ਜੀਵਨ ਸਵਾਰਨ ਦੀ ਗੱਲ, ਕੱਪੜ ਰੂ ਸਵਾਰਨਾ, ਛੜ ਦੁਨੀਆ ਅੰਦਰ ਜਾਮਨਾ ਦੀ ਗੱਲ, ਜਿੱਥੇ ਕਿ ਗੁਰੂ ਸਾਹਿਬ ਨੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਜਾਏ ਦੀ ਗੱਲ। ਪੌੜੀਆਂ ਨੂੰ ਤੁਸੀਂ ਧਿਆਨ ਨਾਲ ਪੜ੍ਹੋਗੇ ਅਤੇ ਗੁਰੂ ਬਾਬੇ ਨੇ ਸਾਨੂੰ ਆਪਣੇ ਹਰ ਇੱਕ ਕਰਮ ਤੋਂ ਸੁਚੇਤ ਹੋਣ ਦਾ ਸਬਬ ਔਰ ਇੱਕ ਸਿੱਖਿਆ ਦਿੱਤੀ ਹੈ ਆਸਾ ਕੀ ਵਾਰ ਦਿੰਦਾ। ਜਪਜੀ ਸਾਹਿਬ ਰੂਹਾਨੀ ਜੀਵਨ ਦੇ ਉਹ ਖੰਡ ਨੇ ਜਿੱਥੇ ਕਿ ਅਸੀਂ ਸੱਚ ਤੱਕ ਪਹੁੰਚ ਸਕਦੇ ਹਾਂ। ਇਹਨਾਂ ਬਾਣੀਆਂ ਨੂੰ ਬਾਬਾ ਬੁੱਢਾ ਸਾਹਿਬ ਨੇ ਆਪਣੇ ਜੀਵਨ ਦਾ ਆਧਾਰ ਬਣਾਇਆ। ਬਾਣੀ ਪੜ੍ਹਨੀ ਵੀ, ਬਾਣੀ ਲਿਖਣੀ ਵੀ। ਇਹ ਵੀ ਮੈਂ ਬੇਨਤੀ ਕਰਾਂ, ਉਸ ਵੇਲੇ ਜਿਹੜੇ ਸਿੱਖ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿੰਦੇ ਸਨ, ਨਾਲ ਖੇਤੀਬਾੜੀ ਕਰਦੇ ਸਨ, ਜਿਹੜੇ ਗੁਰੂ ਸਾਹਿਬ ਜੀ ਦੀ ਪੋਥੀ ਸੀ, ਉਸ ਪੋਥੀ ਵਿੱਚੋਂ ਸ਼ਬਦ ਉਤਾਰ ਕੇ ਅੱਗੇ ਸੰਗਤ ਨੂੰ ਵੰਡੇ ਜਾਂਦੇ ਸਨ। ਅੱਜ ਤਾਂ ਸਾਡੇ ਕੋਲ ਦੇਖੋ ਨਾ, ਸਿਸਟਮ ਸਮਾਂ ਸਰ ਅਨੁਸਾਰ ਚੇਂਜ ਹੋ ਜਾਂਦਾ। ਅੱਜ ਸਾਡੇ ਕੋਲ ਮੋਬਾਈਲ ਆ ਗਏ, ਸੋਫਟਵੇਅਰ ਆ ਗਏ, 1 ਮਿੰਟ ਲੱਗਦਾ ਅਪਲੋਡ ਕਰਨ ਨੂੰ, ਡਾਊਨਲੋਡ ਕਰਨ ਨੂੰ, ਕੋਈ ਵੀ ਸੋਫਟਵੇਅਰ ਹੋ ਜਾਂਦਾ, ਅਸੀਂ ਉੱਥੋਂ ਬਾਣੀ ਪੜ੍ਹ ਲੈਂਦੇ। ਪਰ ਪੁਰਾਣਾ ਸਮਾਂ ਜਿਹੜਾ ਸੀ ਨਾ, ਜਿਸ ਸਿੱਖ ਨੇ ਬਾਣੀ ਦੀ ਕਮਾਣੀ ਹੈ ਨਾ, ਅਤੇ ਬਾਣੀ ਉਹ ਲਿਖ ਕੇ ਦੇਣੀ ਪੈਂਦੀ ਸੀ ਵੀ ਇਹ ਸ਼ਬਦ ਹੈ ਗੁਰੂ ਸਾਹਿਬ ਜੀ ਦਾ, ਜਾਂ ਇਸ ਸ਼ਬਦ ਦੀ ਪਹਿਲਾਂ ਕਮਾਈ ਕਰ। ਜਦੋਂ ਇਸ ਸ਼ਬਦ ਨੂੰ ਆਪਣੇ ਜੀਵਨ 'ਚ ਉਤਾਰ ਲਾਂਗਾ, ਫਿਰ ਆ ਜਾਈ ਦੂਜਾ ਸ਼ਬਦ ਲਿਖ ਕੇ ਦੇ ਦਾਂਗੇ। ਇਸ ਤਰ੍ਹਾਂ ਸਿੱਖੀ ਦੀ ਕਮਾਈ ਹੁੰਦੀ ਸੀ। ਉਹਨਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ। ਫਿਰ ਜਦੋਂ ਦੇਖਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਬੜਾ ਪੁਰਖ ਬਾਬਾ ਬੁੱਢਾ ਸਾਹਿਬ ਨੂੰ ਦੇਖਿਆ ਵੀ ਬੜਾ ਡਾਊਨ ਟੂ ਅਰਥ ਰਹਿਣ ਵਾਲਾ, ਬੜਾ ਨਿਮਰਤਾ ਭਾਵਨਾ ਵਾਲਾ ਹੈ, ਅੰਦਰ ਕੋਈ ਐਸੀ ਲਾਲਸਾ ਨਹੀਂ ਜੀਵਨ ਦੇ ਅੰਦਰ। ਕਿਉਂਕਿ ਹੌਲੀ ਹੌਲੀ ਇੱਕ ਦੂਜੇ ਨੂੰ ਦੇਖ ਕੇ ਸਿੱਖੀ ਸਿੱਖ ਲਈ। ਸਿੱਖੀ ਇਕੱਲਾ ਬੰਦਾ ਨਹੀਂ ਕਮਾ ਸਕਦਾ, ਮੈਂ ਇਹ ਵੀ ਬੇਨਤੀ ਕਰਾਂ। ਸਿੱਖੀ ਸੰਗਤ ਵਿੱਚ ਜਾ ਕੇ ਸਿੱਖੀ ਜਾਂਦੀ। ਕੁਛ ਭਾਈ ਲਹਿਣਾ ਜੀ ਦੇ ਜੀਵਨ 'ਚੋਂ ਦੇਖਿਆ, ਆਪਣੇ ਜੀਵਨ ਨੂੰ ਦੇਖਿਆ ਵੀ ਆਪਾਂ ਕਿੱਥੇ ਖੜ੍ਹੇ ਹਾਂ। ਆਪਾਂ 1521 ਦੇ ਗੁਰੂ ਸਾਹਿਬ ਦੀ ਸੰਗਤ 'ਚ ਆ ਰਹੇ ਹਾਂ। ਭਾਈ ਲਹਿਣਾ ਸੀ 1532 ਵਿੱਚ ਆਏ ਨੇ, ਪਰ ਉਹਨਾਂ ਨੇ ਕਿੱਦਾਂ ਆਪਣੇ ਆਪ ਨੂੰ ਛੇਤੀ ਗੁਰੂ ਦੇ ਨੇੜੇ ਕਰ ਲਿਆ। ਆਪਣੇ ਆਪ ਨੂੰ ਉਹਨਾਂ ਦੇ ਨਾਲ ਤੋਲ ਬੋਲ ਕੇ ਵੇਖਣਾ ਵੀ ਕੀ ਅੰਤਰ ਹੈ ਭਾਈ ਲਹਿਣਾ ਵਿੱਚ ਅਤੇ ਸਾਡੇ ਵਿੱਚ। ਉਹਨਾਂ ਚੀਜ਼ਾਂ ਨੂੰ ਦੂਰ ਕੀਤਾ। ਇਹ ਨਹੀਂ ਵੀ ਉਹ ਚਲੋ ਉਹਦਾ ਹੋਏਗਾ, ਆਪਾਂ ਪਤਾ ਕੀ ਕਹਿੰਦੇ ਉਹਦੇ ਉੱਤੇ ਕਿਰਪਾ ਹੈ ਜੀ ਬੜੀ। ਤਾਂ ਸਿੱਖੀ ਜਿਹੜੀ ਹੈ ਇਕੱਲਾ ਇਹ ਗੱਲ ਕਰਕੇ ਵੀ ਕਿਰਪਾ ਉਸ ਦੇ ਉੱਤੇ ਹੈ, ਔਰ ਆਪਣੇ ਆਪ ਨੂੰ ਬਚਾਉਣ ਵਾਲੀ ਗੱਲ ਹੈ ਵੀ ਆਪਾਂ ਆਪਣੇ ਆਪ ਨੂੰ ਬਚਾ ਲਈਏ, ਸੁਧਾਰਨਾ ਨਹੀਂ ਆਪਣੇ ਆਪ ਨੂੰ।
ਦੇ ਉਹਦੇ ਉੱਤੇ ਤਾਂ ਜੀ ਬੜੀ ਕਿਰਪਾ ਮਹਾਰਾਜ ਜੀ ਦੀ। ਠੀਕ ਹੈ, ਕਿਰਪਾ ਸਾਰਿਆਂ 'ਤੇ ਕਿਰਪਾ ਹੈ, ਪਰ ਸਿੱਖ ਦਾ ਅਰਥ ਇਹ ਹੈ ਕਿ ਇੱਕ ਦੂਜੇ ਕੋਲੋਂ ਜੀਵਨ ਵਿੱਚ ਸਿੱਖਣਾ। ਭਾਈ ਲਹਿਣਾ ਜੀ ਕੋਲੋਂ ਬੜਾ ਕੁਝ ਸਿੱਖਿਆ। ਜਦੋਂ ਦੇਖਿਆ ਗੁਰੂ ਨਾਨਕ ਪਾਤਸ਼ਾਹ ਨੇ ਇਹ ਪੁਰਖ ਬਾਬਾ ਬੁੱਢਾ ਸਾਹਿਬ ਸੱਚੀ ਮੁੱਚੀ ਇਸਨੇ ਸਿੱਖੀ ਨੂੰ ਆਪਣੇ ਜੀਵਨ 'ਚ ਵਸਾਇਆ ਹੈ, ਸੇਵਾ ਜਿਹੜੀ ਹੈ ਆਪਾ ਭਾਉ ਗਵਾ ਕੇ ਕੀਤੀ ਹੈ, ਤਾਂ ਜਦੋਂ ਗੁਰਗੱਦੀ ਦੀ ਰਸਮ ਹੋਣੀ ਸੀ ਤੇ ਅੱਗੇ ਬਾਬਾ ਬੁੱਢਾ ਸਾਹਿਬ ਨੂੰ ਕੀਤਾ। ਵਡਿਆਈ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ। ਭਾਈ ਲਹਿਣਾ ਜੀ ਨੂੰ ਗੱਦੀ ਦੀ ਜੋ ਰਸਮ ਕੀਤੀ ਗਈ ਨਾ, ਉਹ ਰਸਮ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਬਣ ਜਾਂਦੇ ਨੇ, ਉੱਥੋਂ ਖੰਡੂਰ ਸਾਹਿਬ ਚਲੇ ਜਾਂਦੇ ਨੇ। ਉਹਨਾਂ ਦੀ ਭੂਆ ਸੀ ਭਰਾਈ, ਉਹਨਾਂ ਦੇ ਘਰ ਜਾ ਕੇ ਆਪ ਜੀ ਕੁਝ ਦਿਨ ਵਾਸਤੇ ਬਹਿ ਜਾਂਦੇ ਹਨ। ਸੰਗਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਸੰਗਤਾਂ ਕਹਿੰਦੀਆਂ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੂਜੇ ਜਾਮੇ ਦੇ ਦਰਸ਼ਨ ਕਰਨੇ ਨੇ। ਮੈਂ ਫਿਰ ਬੇਨਤੀ ਕਰਾਂ, ਕਈ ਵਾਰੀ ਅਸੀਂ ਪ੍ਰਚਾਰ ਕਰਦੇ ਇਹ ਕਹਿੰਦੇ ਨੇ ਦੂਜੀ ਜੋਤ ਤੀਜੀ ਜੋਤ, ਜੋਤ ਦੂਜੀ ਤੀਜੀ, ਜੋਤ ਇੱਕੋ ਹੀ ਹੈ ਗੁਰੂ ਨਾਨਕ ਦੀ। ਜੋਤ ਉਹ ਜੋਤ ਸਾਏ ਸਹਿ ਕਾਇਆ ਫਿਰ ਪਲਟੀ, ਜੋਤ ਨਹੀਂ ਪਲਟੀ, ਜੋਤ ਦੂਜੀ ਨਹੀਂ ਹੋਈ, ਜੋਤ ਤੀਜੀ ਨਹੀਂ ਹੋਈ, ਜੋਤ ਇੱਕੋ ਹੀ ਰਹੀ ਹੈ। ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹੀ ਹੈ, ਜੋਤ ਨਹੀਂ ਜਾਮੇ ਬਦਲੇ ਹੈ, ਇਹ ਯਾਦ ਰੱਖਿਓ। ਕਈ ਵਾਰੀ ਅਸੀਂ ਪ੍ਰਚਾਰ ਕਰਦੇ ਕਹਿੰਦੇ ਵੀ ਜੋਤ ਦੂਜੀ ਜੋਤ ਤੀਜੀ ਜੋਤ ਕੋਲ, ਜੋਤ ਦੂਜੀ ਤੀਜੀ ਨਹੀਂ, ਜੋਤ ਇੱਕੋ ਹੀ ਰਹੀ ਹੈ। ਇਹ ਤਾਂ ਭੱਟਾ ਨੇ ਲਿਖਿਆ ਹੋਇਆ ਹੈ, ਇਹ ਤਾਂ ਸੱਤਾ ਤੇ ਬਲਵੰਡ ਨੇ ਗਵਾਹੀ ਦਿੱਤੀ ਹੋਈ ਹੈ। ਕਹਿੰਦਾ ਜੋਤ ਚੇਂਜ ਨਹੀਂ ਹੋਈ, ਜੋਤ ਉਹ ਜੁਗਤ ਸਾਏ, ਜੋਤ ਵੀ ਉਹੀ ਤੇ ਜੁਗਤੀ ਵੀ ਉਹੀ ਰਹੀ, ਜੁਗਤੀ ਔਰ ਜੋਤ ਨਹੀਂ ਬਦਲੀ। ਇਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੱਦੀ ਮਿਲੀ, ਉਹਨਾਂ ਨੂੰ ਪ੍ਰਗਟ ਕਰਨਾ। ਸੰਗਤਾਂ ਨੇ ਜਦੋਂ ਆਖਿਆ ਵੀ ਦਰਸ਼ਨ ਕਿਵੇਂ ਹੋਣਗੇ, ਦੇਖੋ ਇਤਨਾ ਅੰਦਰ ਬ੍ਰਹਮ ਗਿਆਨ ਆ ਜਾਣਾ, ਗੁਰੂ ਸਾਹਿਬ ਕਿੱਥੇ ਬੈਠੇ ਨੇ ਉੱਥੇ ਤੱਕ ਸਿੱਖਾਂ ਨੂੰ ਲੈ ਕੇ ਚਲੇ ਜਾਣਾ। ਬਾਬਾ ਅਮਰਦਾਸ ਜੀ ਨੂੰ ਗੱਦੀ ਦਿੱਤੀ, ਔਰ ਉੱਥੇ ਫਿਰ ਗੁਰੂ ਸਾਹਿਬ ਜੀ ਵੀ ਕੋਠਾ ਸਾਹਿਬ ਜਾ ਕੇ ਬਹਿ ਜਾਂਦੇ ਨੇ, ਉਹਨਾਂ ਨੂੰ ਵੀ ਪ੍ਰਗਟ ਕਰਨਾ ਜਿੱਥੇ ਗੁਰਦੁਆਰਾ ਸਨ ਸਾਹਿਬ ਹੈ। ਹੁਣ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਹਯਾਤੀ ਵਿੱਚ ਰਹਿ ਕੇ ਸੇਵਾ ਕੀਤੀ, ਔਰ ਉਹਨਾਂ ਨੇ ਆਪਣੇ ਸਿੱਖੀ ਜੀਵਨ ਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲਿਆ ਕਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ, ਮਨ ਮੈਂ ਸਹਿ ਆਪਸ ਕੋ ਕਰ ਕਛਿਤ ਨ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਆਵੈ, ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ, ਸੇਵਾ ਕਰਤ ਹੋਏ ਨਹੀਂ ਕਾਮੀ ਤਿਸ ਕੋ ਹੋਤ। ਹੁਣ ਪਦਵੀ ਨਹੀਂ ਚਾਹੀਦੀ, ਯਾਦ ਰੱਖਿਓ। ਗੁਰੂ ਗੱਦੀ ਦੀ ਵੀ ਕੋਈ ਲਾਲਸਾ ਨਹੀਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਵਿੱਚ, ਕਿਸੇ ਪਦਵੀ ਦੀ ਵੀ ਕੋਈ ਲਾਲਸਾ ਨਹੀਂ। ਹੁਣ ਬਾਬਾ ਬੁੱਢਾ ਸਾਹਿਬ ਜੀ ਜਾ ਕੇ ਰਮਦਾਸ ਦੇ ਵਿੱਚ, ਕਿਉਂਕਿ ਪਿੰਡ ਕੱਥੂ ਨਗਲ ਛੱਡ ਦਿੰਦੇ ਨੇ, ਰਮਦਾਸ ਦੇ ਵਿੱਚ ਫਿਰ ਪੱਕਾ ਟਿਕਾਣਾ ਕਰ ਲੈਂਦੇ ਨੇ, ਰਮਦਾਸ ਵਿੱਚ ਹੀ ਰਹਿੰਦੇ ਨੇ, ਅਤੇ ਗੁਰੂ ਘਰ ਲਈ ਦੁੱਧ ਪਾਣੀ ਦੀ ਸੇਵਾ ਉੱਥੋਂ ਹੀ ਆਉਂਦੀ ਰਹਿੰਦੀ। ਆਪ ਰੱਜ ਕੇ ਗੁਰੂ ਘਰ 'ਚ ਸੇਵਾ ਕਰਦੇ ਨੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1604 ਦੇ ਵਿੱਚ ਇਹ ਮਾਣ ਬਖਸ਼ਿਆ ਕਿ ਜਦੋਂ ਗੱਲਬਾਤ ਹੋਈ ਸਿੱਖਾਂ ਦੇ ਵਿੱਚ ਵੀ ਗ੍ਰੰਥ ਤਿਆਰ ਹੋ ਗਿਆ, ਪਰ ਗ੍ਰੰਥ ਵਾਸਤੇ ਗ੍ਰੰਥੀ ਚਾਹੀਦਾ। ਗ੍ਰੰਥੀ ਦਾ ਅਰਥ ਹੈ ਜੋ ਗ੍ਰੰਥ ਦੀ ਜਾਣਕਾਰੀ ਰੱਖਦਾ, ਉਹਨੂੰ ਗ੍ਰੰਥੀ ਕਹਿੰਦੇ, ਜੋ ਗ੍ਰੰਥ ਬਾਰੇ ਸੋਝੀ ਰੱਖਦਾ ਹੋਵੇ, ਵੀ ਗ੍ਰੰਥੀ ਚਾਹੀਦਾ ਹੈ। ਹੁਣ ਸਾਰੇ ਸਿੱਖਾਂ ਨੇ ਇੱਕ ਜਮਾਨ ਹੋ ਕੇ ਕਿਹਾ ਸੀ ਵੀ ਜੇ ਗ੍ਰੰਥੀ ਸਿੰਘ ਦੀ ਗੱਲ ਹੈ ਤਾਂ ਬਾਬਾ ਬੁੱਢਾ ਸਾਹਿਬ ਤੋਂ ਜ਼ਿਆਦਾ ਜਾਣੂ ਬਾਣੀ ਦਾ ਹੋਰ ਕੋਈ ਨਹੀਂ ਹੋ ਸਕਦਾ। ਜੇ ਗ੍ਰੰਥ ਦੀ ਗੱਲ ਕਰੀਏ ਨਾ ਵੀ ਗ੍ਰੰਥੀ ਚਾਹੀਦਾ, ਗ੍ਰੰਥ ਨੂੰ ਸਮਝਣ ਸਮਝਾਉਣ ਵਾਲਾ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਵੱਧ ਬਾਣੀ ਉਹਨਾਂ ਨੇ ਪੜ੍ਹੀ। ਸਾਰੇ ਗੁਰੂਆਂ ਦੇ ਸਾਹਮਣੇ ਜੋ ਬਾਣੀ ਬਾਅਦ ਦੇ ਵਿੱਚ ਉਚਾਰਨ ਹੋਈ ਉਹਨਾਂ ਦੇ ਰਹਿੰਦੇ ਹੋਈ, ਇਸ ਕਰਕੇ ਉਹਨਾਂ ਨੇ ਉਸ ਬਾਣੀ ਨੂੰ ਸੁਣਿਆ, ਉਸ ਬਾਣੀ ਨੂੰ ਕਮਾਇਆ, ਉਹਨਾਂ ਦੇ ਜੀਵਨ ਵਿੱਚ ਉਹ ਬਾਣੀ ਟਿਕੀ ਹੋਈ ਹੈ। ਇਸ ਕਰਕੇ ਉਹ ਬਾਣੀ ਦੇ ਜਾਣੂ ਨੇ, ਉਹਨਾਂ ਦੇ ਜੀਵਨ ਦੇ ਵਿੱਚ ਉਹ ਬਾਣੀ ਹੈ, ਉਹ ਦੂਜੇ ਦੇਖ ਕੇ ਉਹਨਾਂ ਦਾ ਜੀਵਨ ਦਾ ਮੁਤਾਬਿਕ ਲੋਕ ਆਪਣੇ ਜੀਵਨ ਨੂੰ ਘੜ ਲਿਆ ਕਰਨਗੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਪਹਿਲਾ ਗ੍ਰੰਥੀ ਥਾਪਿਆ। 1631 ਦੇ ਵਿੱਚ ਮਹਾਰਾਜ ਆਪ ਉੱਥੇ ਇੱਕੋ ਹੀ ਇੱਕ ਗੱਲ ਹੋਈ ਸੀ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਵੀ ਜਦੋਂ ਅਸੀਂ ਸਰੀਰ ਤਿਆਗਣਾ ਤਾਂ ਇੱਕੋ ਖਵਾਇਸ਼ ਮਨ ਦੇ ਅੰਦਰ ਕਿ ਮੈਂ ਗੁਰੂ ਦੇ ਦੀਦਾਰ ਲੈ ਕੇ ਜਾਵਾਂ। ਜਿਵੇਂ ਭਾਈ ਮਤੀ ਦਾਸ ਜੀ ਨੇ ਕਿਹਾ ਸੀ ਨਾ, ਚਾਂਦਨੀ ਚੌਕ ਵਿੱਚ ਜਦੋਂ ਆਰਾ ਚਲਾਉਣਾ ਸੀ, ਜੱਲਾਂ ਨੇ ਪੁੱਛਿਆ ਕੀ ਚਾਹੀਦਾ, ਕਹਿੰਦੇ ਮੈਂ ਲਾਸਟ ਵੇਲੇ ਆਪਣੇ ਗੁਰੂ ਵੱਲ ਮੇਰਾ ਮੁਖ ਹੋਣਾ ਚਾਹੀਦਾ, ਮੈਂ ਗੁਰੂ ਦੇ ਵੱਲ ਮੁਖ ਕਰਕੇ ਸੰਸਾਰ ਤੋਂ ਜਾਣਾ ਚਾਹੁੰਦਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ।
ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਕਿ ਲਾਸਟ ਵੇਲੇ ਗੁਰੂ ਮਹਾਰਾਜ ਆਪ ਜੀ ਦੇ ਦਰਸ਼ਨ ਹੋਣ, ਆਪ ਜੀ ਦੀ ਗੋਦ ਹੋਵੇ, ਉਸ ਦੇ ਵਿੱਚੋਂ ਪ੍ਰਾਣ ਨਿਕਲਣ, ਮੇਰੀ ਇਹ ਇੱਛਾ ਹੈ। 1631 ਵਿੱਚ 125 ਸਾਲ 11 ਮਹੀਨੇ 11 ਦਿਨ ਦੀ ਲਗਭਗ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ। ਔਰ ਉੱਥੇ ਰਮਦਾਸ ਦੇ ਵਿੱਚ ਆਪ ਹਰਗੋਬਿੰਦ ਪਾਤਸ਼ਾਹ ਜਾਂਦੇ ਨੇ, ਲਾਸਟ ਵਕਤ ਆਇਆ, ਆਪਣੀ ਗੋਦ ਵਿੱਚ ਲਿਆ ਅਤੇ ਉਹਨਾਂ ਨੇ ਸਵਾਸ ਤਿਆਗ ਦਿੱਤੇ। ਸੋ ਐਸੇ ਪੁਰਖ ਸਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਮੁਤਾਬਿਕ ਢਾਲਿਆ, ਗੁਰਬਾਣੀ ਨੂੰ ਕਮਾਇਆ। ਅੱਜ ਉਹਨਾਂ ਦਾ ਇਤਿਹਾਸ ਕਿਤਾਬਾਂ ਵਿੱਚ ਬੇਅੰਤ ਸਮਾਇਆ ਪਿਆ ਹੈ, ਪਰ ਇਹ ਹੈ ਕਿ ਜਿਵੇਂ ਉਹਨਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਮੁਤਾਬਿਕ ਢਾਲਿਆ, ਗੁਰਬਾਣੀ ਨੂੰ ਆਪਣੇ ਜੀਵਨ 'ਚ ਕਮਾਇਆ, ਔਰ ਗੁਰਬਾਣੀ ਕਮਾ ਕੇ ਅੰਦਰ ਦਾ ਹਿਰਦਾ ਇਸ ਤਰ੍ਹਾਂ ਦਾ ਬਣ ਗਿਆ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ। ਇੱਕੋ ਹੀ ਮੰਗ ਲਾਸਟ ਵੇਲੇ ਰਹਿ ਗਈ ਵੀ ਸੰਤੋਖ ਦੀ ਦਾਤ। ਐਸੇ ਸੰਤੋਖੀ ਜੀਵਨ ਬਾਬਾ ਬੁੱਢਾ ਸਾਹਿਬ ਜੀ ਦਾ ਰਿਹਾ। ਅੱਜ ਉਹਨਾਂ ਦਾ ਜਨਮ ਦਿਹਾੜਾ, ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਕੇ ਔਰ ਉਸ ਸਿੱਖੀ ਦੀ ਕਮਾਈ ਅਸੀਂ ਵੀ ਕਰੀਏ, ਤਾਂ ਕਿ ਸਾਡੇ ਵੀ ਹੋ ਜਾਣ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਭੁ ਆਪੇ ਮਿਲੇ। ਧੰਨਵਾਦ ਜੀ। ਫਤਿਹ ਦੀ ਸਾਂਝ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ